देंदे संत जगत विच उत्तर मापियां नूं लाज हुंदी जेकर करन गलतियां पुत्तर। बादल के द्वारा जी मिठा बनदा है खारा सागर चंदन की संगत से बन जटाक पलास मलगर। बाणी गुरबाणी दा ढाल दे अनपिज पत्थर मन को उच्चा पद मिलया सी साधक बाल्मीक तर जन को। यलसवंती बूंद काजी पै के बने सिपी विच मोती जे पै जे बेरी ते बेरी चंदन के तुल होती। जे पै जे केले ते मुश्क पूरी होवना पैदा गिर जावे गिदड़ ते गिदड़ जांदा है हलक बकायदा। उसे ही पानी तो लगदे सेब संतरे मीठे उसे ही पानी तो लगदे अक तूरे रिठे। मीन मिर्ग भांवरा जी पुचंग अते पतंगा पंजे कर संगत पंजा दी पंजे जान जहानों टंगे। भरिया होया भांडा जी कदे डिक डोले नहीं खांदा शूशा घट बोले जी खाली छलक छुलक हो जांदा। सत संगत पार करे खोटी संगत डोबदी बेड़े खोटी संगत डोबदी बेड़े। हुण चल पई योधा सियां चलिए संत जना दे खेड़े सत संगत पार करे खोटी संगत डोबदी बेड़े। युगो युग अटल साहिब श्री गुरु ग्रंथ साहिब जी की हजूरी विच सज बैठे गुरु प्यारी साध संगत जी बाजां वाले गुरदेव की बख्शिश नूं दोहराओ ते सच्चे हिरदे नाल उस अकाल पुरख नूं याद करो। झुकाओ साहब श्री गुरु ग्रंथ साहब जी के चरणों में सीस गज के बोलो जी वाहेगुरु जी का खालसा वाहेगुरु जी की फतेह। बबाणियां कहानियां पुत सपुत करेन भुल जांदे कारनामे जेड़े प्यो दादियां दे पौण फटकारां लोग उन्हां दी औलाद नूं दसां गुरां दा इह स्वरूप जानो नाल हत्थां दे लिखी महाराज बाणी नुकता दुई दवैत दा नहीं पाया हर एक वास्ते है सिर ताज बाणी धन्ने वांगरा रखिए सिदक पूरा
ਧੰਨੇ ਵਾਂਗ ਸਵਾਰ ਦੀ ਕਾਜ ਬਾਣੀ, ਜਿਹੜਾ ਕਿਤੋਂ ਸਵਾਲ ਨਾ ਹੋਵੇ ਪੂਰਾ, ਸ਼ਰਨ ਪਿਆਂ ਦੀ ਰੱਖ ਦੀ ਲਾਜ ਬਾਣੀ। ਬਾਦਸ਼ਾਹ ਵੀ ਅਣ ਕੇ ਝੁਕ ਜਾਂਦੇ, ਸਿਰ ਜਿਨ੍ਹਾਂ ਦੇ ਸੋਭਦੇ ਤਾਜ ਪਾਣੀ। ਤਿਲ ਫੁੱਲ ਦੀ ਜਿਨ੍ਹਾਂ ਨੇ ਕਰੀ ਭੇਟਾ, ਦੇਂਦੀ ਲੱਖਾਂ ਦਾ ਅੱਗੋਂ ਵਿਆਜ ਬਾਣੀ। ਰੱਸੀਏ ਨਾਮ ਦੇ ਮਿੰਟ ਨਾ ਭੁੱਲਦੇ ਨੇ, ਬਿਨਾਂ ਸਿਮਰਿਆਂ ਖਾਂਦੇ ਨਹੀਂ ਨਾਜ ਪਾਣੀ। ਯੋਧਾ ਸਿੰਘਾ ਇਸ ਕੌਮ ਨੂੰ ਖੁਸ਼ੀ ਕਿੰਨੀ, ਅਰਸ਼ ਫਰਸ਼ ਦਾ ਮਿਲ ਗਿਆ ਰਾਜ ਬਾਣੀ। ਯੋਧਾ ਸਿੰਘਾ ਇਸ ਕੌਮ ਨੂੰ ਖੁਸ਼ੀ ਕਿੰਨੀ, ਅਰਸ਼ ਫਰਸ਼ ਦਾ ਮਿਲ ਗਿਆ ਰਾਜ ਬਾਣੀ। ਅੱਜ ਆਪਾਂ ਪਿੰਡ ਝੰਡੇਰ, ਜੋ ਕਿ ਉਚੇਚੇ ਤੌਰ 'ਤੇ ਇਹ ਪ੍ਰੋਗਰਾਮ ਉਲੀਕੇ ਗਏ ਨੇ, ਸਾਕਾ ਨਨਕਾਣਾ ਸਾਹਿਬ 100 ਸਾਲਾ ਸ਼ਤਾਬਦੀ ਦੇ ਸੰਬੰਧ ਵਿੱਚ ਸਰਦਾਰ ਮਨਦੀਪ ਸਿੰਘ ਜੀ ਪ੍ਰਚਾਰਕ, ਸੀਨੀਅਰ ਪ੍ਰਚਾਰਕ ਝੰਡੇਰ, ਉਹਨਾਂ ਨੇ ਹੁਕਮ ਲਾ ਕੇ ਇੱਥੇ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨਾਂ ਲਈ ਪ੍ਰੇਰਨਾ ਕੀਤੀ ਹੈ। ਆਓ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਵਿੱਚੋਂ ਹੀ ਕੁਝ ਇੱਕ ਦੋ ਕਵਿਤਾਵਾਂ ਕਹਿ ਕੇ ਖਿਮਾ ਮੰਗ ਲੈਣੀ ਹੈ। 9 ਖੰਡ ਪ੍ਰਿਥਵੀ ਇਹ ਸ਼੍ਰੇਸ਼ਟ ਧਰਤੀ ਹੈ, ਇਸ ਵਿੱਚ ਸਭ ਤਲਵੰਡੀ ਰਾਏ ਭੋਏ ਦੀ ਤਲਵੰਡੀ ਹੈ। ਇਸ ਵਿੱਚ ਮਹਿਤਾ ਕਲਿਆਣ ਦਾਸ ਜੀ ਰਹਿੰਦੇ ਸਨ। ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਮਾਂ ਤ੍ਰਿਪਤਾ ਜੀ ਰਹਿ ਕਰਦੇ ਸਨ। ਇਹਨਾਂ ਦੇ ਘਰ ਵਿੱਚ ਇੱਕ ਕੰਨਿਆ ਪੈਦਾ ਹੋਈ ਹੈ, ਜਿਸ ਦਾ ਨਾਮ ਇਹਨਾਂ ਨੇ ਨਾਨਕੀ ਰੱਖਿਆ। ਕੁਝ ਸਮੇਂ ਬਾਅਦ ਇਹਨਾਂ ਦੇ ਘਰ ਵਿੱਚ ਇੱਕ ਬਾਲਕ ਨੇ ਜਨਮ ਲਿਆ, ਜਿਸ ਦਾ ਨਾਮ ਇਹਨਾਂ ਨੇ ਨਾਨਕ ਰੱਖਿਆ। 5 ਘੜੀ ਦਿਨ ਚੜ੍ਹੇ ਉਪਰੰਤ ਮਹਿਤਾ ਕਲਿਆਣ ਦਾਸ ਜੀ ਪ੍ਰੋਹਿਤ ਹਰਦਿਆਲ ਦੇ ਕੋਲ ਗਏ ਨੇ। ਜਾ ਕੇ ਕਹਿਣ ਲੱਗੇ, ਪੰਡਤ ਜੀ, ਸਾਡੇ ਘਰ ਵਿੱਚ ਇੱਕ ਬਾਲਕ ਨੇ ਜਨਮ ਲਿਆ, ਤੁਸੀਂ ਚੱਲ ਕੇ ਉਸ ਦਾ ਨਾਮ ਰੱਖੋ ਜਨਮ ਪੱਤਰੀ ਤਿਆਰ ਕਰਕੇ। ਜਦੋਂ ਪ੍ਰੋਹਿਤ ਹਰਦਿਆਲ ਆਇਆ ਏ, ਆ ਕੇ ਕਹਿਣ ਲੱਗਾ, ਸਭ ਤੋਂ ਪਹਿਲਾਂ ਉਸ ਦਾਈ ਨੂੰ ਕੋਲ ਬੁਲਾਓ ਜਿਹੜੀ ਜਨਮ ਸਮੇਂ ਬਾਲਕ ਦੇ ਕੋਲ ਸੀ। ਖਾਲਸਾ ਜੀ, ਦਾਈ ਦੌਲਤਾਂ ਨੂੰ ਕੋਲ ਬੁਲਾਇਆ ਗਿਆ। ਪੰਡਤ ਜੀ ਕਹਿਣ ਲੱਗੇ ਨੇ, ਦੌਲਤਾਂ ਜੀ, ਇਸ ਬਾਲਕ ਨੇ ਜਨਮ ਸਮੇਂ ਮੁੱਖ ਵਿੱਚੋਂ ਸਭ ਤੋਂ ਪਹਿਲਾਂ ਕਿਹੜੀ ਆਵਾਜ਼ ਕੱਢੀ ਸੀ? ਤੇ ਦਾਈ ਦੌਲਤਾਂ ਹੱਥ ਜੋੜ ਕੇ ਕਹਿਣ ਲੱਗੀ, ਪੰਡਤ ਜੀ, ਮੇਰੇ ਹੱਥਾਂ ਵਿੱਚ ਅਨੇਕਾਂ ਬਾਲਕਾਂ ਨੇ ਜਨਮ ਲਿਆ। ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਬੱਚਾ ਰੋਂਦਾ ਹੈ, ਪਰ ਜਦੋਂ ਇਸ ਦਾ ਜਨਮ ਹੋਇਆ ਸੀ, ਇਹ ਹੱਸ ਰਿਹਾ ਸੀ। ਜਦੋਂ ਇਸ ਦਾ ਜਨਮ ਹੋਇਆ ਸੀ, ਸਾਰੇ ਚਾਨਣ ਹੀ ਚਾਨਣ ਹੋ ਗਿਆ ਸੀ। ਮੇਰੀਆਂ ਅੱਖਾਂ ਮੂਹਰੇ ਸਬਜ਼ ਭਵਰੀਆਂ ਫਿਰ ਰਹੀਆਂ ਸਨ। ਇਲਾਹੀ ਜੋਤ ਦਾ ਚਾਨਣ ਹੋਇਆ। ਪੰਡਤ ਕਹਿਣ ਲੱਗਾ, ਮਹਿਤਾ ਜੀ, ਤੁਹਾਡੇ ਪੁੱਤਰ ਦਾ ਨਾਮ ਜੋਤਿਸ਼ ਅਨੁਸਾਰ 13ਵੇਂ ਦਿਨ ਰੱਖਾਂਗੇ। ਜਦੋਂ 13 ਦਿਨ ਲੰਘੇ ਨੇ ਤੇ ਪ੍ਰੋਹਿਤ ਹਰਦਿਆਲ ਆਇਆ ਇਹ ਘਰ, ਆ ਕੇ ਕਹਿਣ ਲੱਗਾ, ਮਹਿਤਾ ਜੀ, ਤੁਹਾਡੇ ਪੁੱਤਰ ਦਾ ਨਾਮ ਨਾਨਕ ਨਿਕਲਿਆ। ਉਸ ਵੇਲੇ ਮਹਿਤਾ ਕਲਿਆਣ ਦਾਸ ਜੀ ਨੇ ਕਿਹਾ, ਪੰਡਤ ਜੀ, ਤੁਸੀਂ ਕੋਈ ਸੋਚ ਸਮਝ ਕੇ ਇੱਕ ਧਰਮ ਵਾਲਾ ਨਾਮ ਰੱਖੋ। ਇਹ ਹਿੰਦੂ ਅਤੇ ਮੁਸਲਮਾਨ ਦੋਵਾਂ ਦਾ ਰਲਵਾਂ ਨਾਮ ਹੈ। ਉਸ ਵੇਲੇ ਪ੍ਰੋਹਿਤ ਹਰਦਿਆਲ ਨੇ ਸਹਿਜੇ ਨਾਲ ਮੁਸਕਰਾ ਕੇ ਕਿਹਾ, ਮਹਿਤਾ ਜੀ, ਇਹ ਹਿੰਦੂ ਮੁਸਲਮਾਨ ਦੀ ਗੱਲ ਤਾਂ ਇੱਕ ਪਾਸੇ ਹੈ। ਜਿਹੜਾ ਇਹਨਾਂ ਦੇ ਚਰਨਾਂ ਦੇ ਨਾਲ ਲੱਗੇਗਾ, ਉਹ ਭਵ ਸਾਗਰ ਤੋਂ ਪਾਰ ਹੋ ਜਾਵੇਗਾ। ਹਰ ਕੋਈ ਇਹਨਾਂ ਦਾ ਸਿੱਖ ਹੋਵੇਗਾ। ਜਿਹੜਾ ਇਹਨਾਂ ਦੇ ਨਾਲ ਲੱਗੇਗਾ, ਉਹ ਭਵ ਸਾਗਰ ਤੋਂ ਪਾਰ ਹੋ ਜਾਵੇਗਾ। 5 ਸਾਲ ਦੀ ਆਯੂ ਵਿੱਚ ਗੁਰਦੇਵ ਹਾਣੀਆਂ ਦੇ ਨਾਲ ਖੇਡਦੇ ਨੇ। ਜਦੋਂ 7 ਸਾਲ ਦੀ ਉਮਰ ਹੋਈ ਹੈ, ਮਹਿਤਾ ਕਲਿਆਣ ਦਾਸ ਨੇ ਮਨ ਵਿੱਚ ਅਨੁਮਾਨ ਲਗਾਇਆ ਹੈ ਕਿ ਨਾਨਕ ਨੂੰ ਹੁਣ ਪੜ੍ਹਨੇ ਪਾ ਦੇਣਾ ਚਾਹੀਦਾ ਹੈ, ਕਿਉਂਕਿ ਮਹਿਤਾ ਕਲਿਆਣ ਦਾਸ ਸੋਚਦਾ ਕਿ ਜੇ ਨਾਨਕ ਪੜ੍ਹ ਲਿਖ ਜਾਵੇਗਾ ਤੇ ਮੈਂ ਉਸ ਨੂੰ ਆਪਣੀ ਥਾਂ ਤੇ ਪਟਵਾਰ ਦਾ ਕੰਮ ਸੰਭਾਲਣ ਲਈ ਦੇ ਦੇਵਾਂਗਾ। ਖਾਲਸਾ ਜੀ, ਇਹ ਸਭ ਕੁਝ ਵਿਚਾਰਾਂ ਕਰਕੇ ਮਹਿਤਾ ਕਲਿਆਣ ਦਾਸ ਜੀ ਪਾਂਧੇ ਦੇ ਪਾਸ ਗਏ ਨੇ। ਕਹਿਣ ਲੱਗੇ, ਪਾਂਧਾ ਜੀ, ਇਹ ਸਾਡਾ ਪੁੱਤਰ ਹੈ ਨਾਨਕ, ਤੁਸੀਂ ਇਹਨੂੰ ਪੜ੍ਹਾਓ।
ਜਦੋਂ ਇਹ ਲੇਖਾ ਲਿਖਣ ਤੇ ਪੜ੍ਹਨ ਵਿੱਚ ਗੁਣਵਾਨ ਹੋ ਜਾਵੇਗਾ, ਮੈਂ ਤੁਹਾਡੀ ਸੇਵਾ ਕਰਾਂਗਾ, ਮੈਂ ਤੁਹਾਨੂੰ ਇਨਾਮ ਦੇਵਾਂਗਾ। ਖਾਲਸਾ ਜੀ ਪਾਂਧੇ ਨੇ ਪੜ੍ਹਾਉਣਾ ਸ਼ੁਰੂ ਕੀਤਾ ਹੈ। ਜਿਵੇਂ ਜਿਵੇਂ ਗੁਰਦੇਵ ਪੜ੍ਹਦੇ ਨੇ, ਪਾਂਧਾ ਸਾਰਾ ਕੁਝ ਸਿਖਾ ਦਿੱਤਾ। ਪਾਂਧੇ ਨੇ ਜੋ ਕੁਝ ਵੀ ਪਾਠਸ਼ਾਲਾ ਵਿੱਚ ਸਬਕ ਸਿੱਖਿਆ ਸੀ, ਮੇਰੇ ਪਾਤਸ਼ਾਹ ਨੇ ਸਾਰਾ ਕੁਝ ਜਾ ਕੇ ਮਾਂ ਤ੍ਰਿਪਤਾ ਨੂੰ ਜ਼ਬਾਨੀ ਸੁਣਾ ਦਿੱਤਾ ਹੈ। ਅਗਲੇ ਦਿਨ ਫਿਰ ਗਏ ਨੇ ਪਾਠਸ਼ਾਲਾ ਵਿੱਚ ਮੇਰੇ ਪਾਤਸ਼ਾਹ। ਪਾਂਧਾ ਕਹਿਣ ਲੱਗਾ, ਕਾਕਾ ਜੋ ਪਹਿਲਾਂ ਪੜ੍ਹਿਆ ਸੀ ਕੱਲ, ਪਹਿਲਾਂ ਉਹ ਸੁਣਾਓ, ਅੱਗੇ ਫੇਰ ਪੜ੍ਹਾਉਣਾ ਕਰਾਂਗੇ। ਖਾਲਸਾ ਜੀ ਬਾਰ-ਬਾਰ ਪਾਂਧਾ ਬੋਲ ਰਿਹਾ ਹੈ, ਪਰ ਗੁਰਦੇਵ ਨੇ ਕੋਈ ਜਵਾਬ ਨਹੀਂ ਦਿੱਤਾ। ਪਾਂਧਾ ਕਹਿਣ ਲੱਗਾ, ਕਾਕਾ ਤੂੰ ਪੜ੍ਹਦਾ ਕਿਉਂ ਨਹੀਂ ਹੈ? ਇਹ ਲੇਖਾ ਤੇਰੇ ਕੰਮ ਆਵੇਗਾ। ਖਾਲਸਾ ਜੀ ਉਸ ਵੇਲੇ ਮੇਰੇ ਪਾਤਸ਼ਾਹ ਨੇ ਪਾਂਧੇ ਨੂੰ ਵੀ ਰੱਬੀ ਗਿਆਨ ਕਰਾਇਆ ਏ, ਸਤਨਾਮ ਦਾ ਉਪਦੇਸ਼ ਦਿੱਤਾ ਏ। ਪੰਡਿਤ ਨੂੰ, ਮੌਲਵੀ ਨੂੰ, ਬ੍ਰਿਜੀ ਨਾਥ ਨੂੰ, ਸਾਰਿਆਂ ਨੂੰ ਉਸ ਅਕਾਲ ਪੁਰਖ ਦਾ ਨਾਮ ਦੱਸਿਆ ਹੈ, ਵਾਹਿਗੁਰੂ ਦਾ ਮੰਤਰ ਦਿੱਤਾ ਹੈ। ਸਤਨਾਮ ਦਾ ਉਪਦੇਸ਼ ਦਿੰਦਿਆਂ ਆਖਿਆ, ਮਹਾਰਾਜ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਸਾਰੇ ਪਾਸੇ ਚਰਚਾ ਹੋਣ ਲੱਗੀ ਮੇਰੇ ਪਾਤਸ਼ਾਹ ਦੀ ਕਿ ਨਾਨਕ ਬੜਾ ਹੁਸ਼ਿਆਰ ਹੈ, ਇਹ ਸਾਰਾ ਕੁਝ ਸਿੱਖ ਗਿਆ ਬੜੀ ਛੇਤੀ, ਆਪਣੇ ਆਪ ਨੂੰ ਗੁਰਦੇਵ ਨੇ ਲੁਕਾਉਣ ਦਾ ਯਤਨ ਕੀਤਾ ਹੈ। ਘੱਟ ਖਾਂਦੇ, ਘੱਟ ਪੀਂਦੇ, ਘੰਟਿਆਂ ਬੱਧੀ ਸਮਾਧੀ ਲਾ ਕੇ ਬੈਠੇ ਰਹਿੰਦੇ ਸਨ। ਖਾਲਸਾ ਜੀ ਆਹ ਉਮਰ ਤੇ ਆਹ ਵੈਰਾਗ, ਮਾਪਿਆਂ ਨੂੰ ਬੜੀ ਚਿੰਤਾ ਲੱਗੀ ਹੋਈ ਸੀ। ਕੋਈ ਕੁਝ ਕਹਿ ਰਿਹਾ ਸੀ ਤੇ ਕੋਈ ਕੁਝ ਕਹਿ ਰਿਹਾ ਸੀ। ਉਸ ਵੇਲੇ ਮਹਿਤਾ ਕਲਿਆਣ ਦਾਸ ਜੀ ਨੇ ਪ੍ਰੋਹਿਤ ਹਰਦਿਆਲ ਨੂੰ ਸੱਦਿਆ ਕੋਲ। ਕਹਿਣ ਲੱਗੇ, ਪੰਡਿਤ ਜੀ ਤੁਸੀਂ ਤਾਂ ਜਨਮ ਪੱਤਰੀ ਬਣਾਉਣ ਵੇਲੇ ਕਿਹਾ ਸੀ ਇਹਨਾਂ ਦੇ ਸਿਰ ਉੱਪਰ ਛਤਰ ਝੁੱਲੇਗਾ, ਪਰ ਇਹਨੂੰ ਆਪਣੀ ਕੋਈ ਸੁੱਧ ਬੁੱਧ ਨਹੀਂ ਰਹੀ, ਖੌਰੇ ਇਹਨੂੰ ਕੀ ਹੋ ਗਿਆ? ਉਸ ਵੇਲੇ ਪ੍ਰੋਹਿਤ ਹਰਦਿਆਲ ਨੇ ਆਖਿਆ, ਮਹਿਤਾ ਜੀ ਮੈਨੂੰ ਲੱਗਦਾ ਹੈ ਨਾਨਕ ਨੂੰ ਜਨੇਊ ਧਾਰਨ ਕਰਨਾ ਚਾਹੀਦਾ। ਇਸੇ ਤਰ੍ਹਾਂ ਮਹਿਤਾ ਕਲਿਆਣ ਦਾਸ ਜੀ ਨੇ ਅੰਗ ਸਾਕ, ਰਿਸ਼ਤੇਦਾਰ, ਸਾਕ ਸੰਬੰਧੀਆਂ ਨੂੰ ਸੁਨੇਹਾ ਭੇਜ ਦਿੱਤਾ ਹੈ। ਰਸਮ ਪੂਰੀ ਕਰਨ ਲੱਗੇ ਨੇ। ਜਦੋਂ ਪ੍ਰੋਹਿਤ ਹਰਦਿਆਲ ਧਾਗਿਆਂ ਦਾ ਵੱਟ ਕੇ ਜਨੇਊ ਮੇਰੇ ਪਾਤਸ਼ਾਹ ਜੀ ਦੇ ਗਲ ਵਿੱਚ ਪਾਉਣ ਹੀ ਲੱਗਾ ਸੀ ਤੇ ਮੇਰੇ ਪਾਤਸ਼ਾਹ ਨੇ ਹੱਥ ਦੇ ਇਸ਼ਾਰੇ ਨਾਲ ਰੋਕ ਦਿੱਤਾ। ਕਹਿਣ ਲੱਗੇ, ਪੰਡਿਤ ਜੀ ਇਹ ਕੀ ਕਰ ਰਹੇ ਜੇ? ਤੇ ਪੰਡਿਤ ਕਹਿਣ ਲੱਗਾ, ਕਾਕਾ ਮੈਂ ਤੇਰੇ ਗਲ ਵਿੱਚ ਧਾਗਿਆਂ ਦਾ ਵੱਟਿਆ ਹੋਇਆ ਜਨੇਊ ਪਾ ਰਿਹਾ। ਇਸ ਦੇ ਨਾਲ ਆਦਮੀ ਆਪਣੇ ਧਰਮ ਵਿੱਚ ਪਰਿਵਰਤਨ ਕਰ ਲੈਂਦਾ ਹੈ। ਇੱਕ ਪਾਸੇ ਬਾਬਾ ਨਾਨਕ ਜਿਵੇਂ ਪੰਡਿਤ ਨੂੰ ਇਸ ਜਨੇਊ ਬਾਰੇ ਸਵਾਲ ਤੇ ਜਵਾਬ ਕਰ ਰਿਹਾ ਹੈ, ਉਸ ਵੇਲੇ ਦਾ ਵਾਰਤਾਲਾਪ ਗਿਆਨੀ ਯੋਧਾ ਸਿੰਘ ਖਿਆਲੇ ਵਾਲੇ ਦਾ ਜੱਥਾ ਹੈ ਇੰਜ ਬਿਨੇ ਕਰਦਾ ਜੀ। ਭੈਣ ਪਛਾਕ ਤੇਰੇ ਵਿੱਚ ਗਲੀਆਂ ਤੂੰ ਵਾਂਗਰ ਪਈਏ ਬੱਗੇ, ਖਰਾ ਖੋਟਾ ਤੂੰ ਪਰਖਿਆ ਜਾਵੇਂ, ਜਦ ਪਵੇ ਸਰਾਖਾਂ ਅੱਗੇ ਤਾਂ ਸਰਾਖਾਂ ਲਾਵਣ ਤੈਨੂੰ, ਸੱਪ ਸਿਰੋਂ ਸਿਰ ਵੱਜੇ ਬੁੱਲੇ ਸ਼ਾਹ ਤੂੰ ਕੰਡੀ ਬਣ ਜਾ, ਤੈਨੂੰ ਵੱਡਾ ਮੂੜਨਾ ਲੱਗੇ। ਪਾਂਧਾ ਜੰਜੂ ਲੈ ਕੇ ਆਇਆ, ਕਾਲੂ ਨਾਨਕ ਬੁਲਾਇਆ, ਸੋਨਾ ਸ਼ਗਨ ਮਨਾਇਆ, ਨਾਲੇ ਗਾਉਂਦੇ ਗੀਤ ਨੂੰ। ਸੰਬੰਧੀ ਦੂਰ ਦੂਰ ਤੋਂ ਆ ਗਏ ਨੇ, ਬਾਲਕੇ ਦੀ ਪਹਿਲੀ ਰੀਤ ਨੂੰ। ਬੋਲਿਆ ਨਾਨਕ ਪਿਆਰਾ ਕੀ ਕਰਨ ਲੱਗੇ ਕਾਰਾ, ਕੀ ਹੈ ਜੰਜੂ ਦਾ ਸਾਰਾ ਇਹ ਪਖੰਡ ਲੱਗਦੇ, ਦੁਨੀਆ ਵਿੱਚ ਪਰਮਾਂ ਦੇ ਪੈਦੀ ਮੰਨਣ ਲੱਗੀ, ਮੈਂ ਜਾਣਾ ਨਹੀਂ ਨਜੀਕ ਧਾਗੇ ਦੇ। ਪਾਂਧੇ ਕੀਤਾ ਮਜਬੂਰ, ਜੰਜੂ ਪਾਉਣਾ ਪਊ ਜ਼ਰੂਰ, ਹੈਗਾ ਸਾਡਾ ਦਸਤੂਰ, ਤੂੰ ਸੰਭਾਲ ਨੀਤ ਨੂੰ। ਸੰਬੰਧੀ ਦੂਰ ਦੂਰ ਤੋਂ ਆ ਗਏ ਨੇ, ਬਾਲਕੇ ਦੀ ਪਹਿਲੀ ਰੀਤ ਨੂੰ। ਜੰਜੂ ਪਾ ਕੇ ਬੜਾ ਪਖੰਡੀ, ਰਸਤਾ ਛੱਡ ਕੇ ਪਾਉਂਦੇ ਡੰਡੀ, ਕੀ ਹੈ ਡੋਰ ਕਪਾ ਦੀ ਗੱਡੀ, ਨਾ ਆਵੇ ਕੰਮ ਸੁਹਾਗੇ ਦੇ, ਦੁਨੀਆ ਵਿੱਚ ਪਰਮਾਂ ਦੇ ਪੈਗੀ ਮੰਨਣ ਲੱਗੀ, ਮੈਂ ਜਾਣਾ ਨਹੀਂ ਨਜੀਕ ਧਾਗੇ ਦੇ।
ਧਰਮਵਾ ਪੈਣਾ। ਇਹ ਤਾਂ ਬੇਦੀ ਕੁੱਲ ਦਾ ਗਹਿਣਾ ਦੇਵੰਦੀ ਨਸੀਹਤ ਨੂੰ। ਸਨਬੰਦੀ ਦੂਰ ਦੂਰ ਤੋਂ ਆ ਗਏ ਨੇ ਬਾਲਕੇ ਦੀ ਪਹਿਲੀ ਰੀਤ ਨੂੰ। ਸ਼ਰਮ ਧਰਮ ਕਦੇ ਨਾ ਰਹਿ ਗਈ ਮਾਤਾ ਵਿੱਚ ਭਲੇਖੇ ਪੈ ਗਈ। ਮਨ ਨਦੀ ਸੂਤ ਨੂੰ ਡੈਬੀ ਬਾਕੇ ਕੋਲ ਭਾਗੇ ਦੇ। ਦੁਨੀਆ ਵਿੱਚ ਪਰਮਾਂ ਦੇ ਪੈ ਗਈ ਮੰਨਣ ਡੈਗੀ। ਮੈਂ ਜਾਣਾ ਨਹੀਂ ਨਜੀਬ ਧਾਗੇ ਦੇ। ਜਿਹੜੇ ਆਏ ਸੀ ਸ਼ਗਨ ਮਨਾਉਣ ਸਾਰੇ ਲੱਗੇ ਨੇ ਸਮਝਾਉਣ। ਬਾਹੋਂ ਫੜ ਫੜ ਕੇ ਪਰਚਾਉਣ ਪਾਲ ਦੇ ਪ੍ਰਤੀਤ ਨੂੰ। ਸਨਬੰਦੀ ਦੂਰ ਦੂਰ ਤੋਂ ਆ ਗਏ ਨੇ ਬਾਲਕੇ ਦੀ ਪਹਿਲੀ ਰੀਤ ਨੂੰ। ਮੈਂ ਤਾਂ ਕਰਨ ਸਕਮ ਕੋਈ ਆਲਾ ਜਿਸ ਵਿੱਚ ਮਾਰੀ ਰਵਾ ਸਖਾਲਾ। ਪਾਉਂਦੇ ਰਾਮ ਨਾਮ ਦੀ ਮਾਲਾ ਤਜਣ ਪਾਪੀ ਲਾਗੇ ਦੇ। ਦੁਨੀਆ ਵਿੱਚ ਪਰਮਾਂ ਦੇ ਪੈ ਗਈ ਮੰਨਣ ਡੈਗੀ। ਮੈਂ ਜਾਣਾ ਨਹੀਂ ਨਜੀਕ ਧਾਗੇ ਦੇ। ਜੰਜੂ ਬਿਨਾ ਮੁਕਤ ਨਾ ਪਾਵੇ ਭਾਵੇਂ ਜਾ ਕੇ ਤੀਰਥੀ ਨਾਵੇ। ਜੰਜੂ ਹਰ ਕੋਈ ਬੇਟਾ ਪਾਵੇ ਕਰ ਪ੍ਰਤੀਤ ਨੂੰ। ਸਨਬੰਦੀ ਦੂਰ ਦੂਰ ਤੋਂ ਆ ਗਏ ਨੇ ਬਾਲਕੇ ਦੀ ਪਹਿਲੀ ਰੀਤ ਨੂੰ। ਮੁਕਤੀ ਕਰਦਾ ਆਪ ਕਰਤਾਰ ਜਿਹੜਾ ਸਭ ਦਾ ਸਿਰਜਣਹਾਰ। ਦਿੰਦਾ ਡੁੱਬਦੇ ਪੱਥਰ ਤਾਰਾਂਗੇ ਦੇ ਕੋਰ ਤਕਾਂਗੇ ਦੇ। ਦੁਨੀਆ ਵਿੱਚ ਪਰਮਾਂ ਦੇ ਪੈ ਗਈ ਮੰਨਣ ਡੈਗੀ। ਮੈਂ ਜਾਣਾ ਨਹੀਂ ਨਜੀਕ ਧਾਗੇ ਦੇ। ਫਰੀਦ ਨੇ ਗਲ ਵਿੱਚ ਧਾਗਾ ਪਾਇਆ ਚੱਲ ਕੇ ਕੋਲ ਖਦਾਵਤ ਆਇਆ। ਅੰਜਲੀ ਛਣ ਵਿੱਚ ਦਰਸ਼ਨ ਪਾਇਆ ਮਿਲੇ ਪਿਆਰੇ ਮੀਤ ਨੂੰ। ਸਨਬੰਦੀ ਦੂਰ ਦੂਰ ਤੋਂ ਆ ਗਏ ਨੇ ਬਾਲਕੇ ਦੀ ਪਹਿਲੀ ਰੀਤ ਨੂੰ। ਯੋਧਾ ਸਮਝਾਉਣਾ ਤੇਰੇ ਜਲਾਏ ਜਿਹੜੇ ਰਹਿਣ ਤੰਦਾਂ ਵਿੱਚ ਕਾਹੇ। ਜਿੰਨਾ ਉਹਨਾਂ ਨੂੰ ਤਾਣੇ ਲਾਏ ਵਲਗੀ ਮੌਤ ਆਗੇ ਦੇ। ਦੁਨੀਆ ਵਿੱਚ ਪਰਮਾਂ ਦੇ ਪੈ ਗਈ ਮੰਨਣ ਡੈਗੀ। ਮੈਂ ਜਾਣਾ ਨਹੀਂ ਨਜੀਕ ਧਾਗੇ ਦੇ। ਯੋਧਾ ਸਿਆ ਕਿਉਂ ਨਾ ਤਰੇ ਜਲਾਹੇ ਜਿਹੜੇ ਰਹਿਣ ਤੰਦਾਂ ਵਿੱਚ ਕਾਹੇ। ਜਿਨ੍ਹਾਂ ਇਉਣ ਤਾਣੇ ਲਾਏ ਲੈ ਗਈ ਮੌਤ ਦੁਹਾਗੇ ਦੇ। ਦੁਨੀਆ ਵਿੱਚ ਭਰਮਾਂ ਦੇ ਪੈ ਗਈ ਮੰਨਣ ਡਹਿ ਗਈ। ਮੈਂ ਜਾਣਾ ਨਹੀਂ ਨਜੀਕ ਧਾਗੇ ਦੇ। ਬਹੁਤ ਸਾਰੀਆਂ ਸੰਗਤਾਂ ਵੱਲੋਂ ਇਤਿਹਾਸ ਦੇ ਮਨ ਵਿੱਚ ਮਾਇਆ ਆਈ ਹੈ। ਬਾਬਾ ਜੀ ਵੱਲੋਂ ਇਸ ਗੁਰੂ ਘਰ ਦੇ ਹੈੱਡ ਗ੍ਰੰਥੀ ਉਹਨਾਂ ਵੱਲੋਂ ਇਤਿਹਾਸ ਦੇ ਮਾਨ ਵਿੱਚ ਛੋਟੇ ਆਪਣੇ ਬੱਚਿਆਂ ਨੂੰ 200 ਰੁਪਈਆ ਇਤਿਹਾਸ ਦੇ ਮਾਨ ਵਿੱਚ ਆਇਆ ਏ। ਮਹਾਰਾਜ ਇਸੇ ਤਰ੍ਹਾਂ ਬਾਬਾ ਜੀ ਕੋਲੋਂ ਆਪਣੀਆਂ ਸੇਵਾਵਾਂ ਲੈਂਦੇ ਰਹਿਣ ਤੰਦਰੁਸਤੀਆਂ ਦੀਆਂ ਦਾਤ ਬਖਸ਼ੇ। ਸਾਡੇ ਸੀਨੀਅਰ ਪ੍ਰਚਾਰਕ ਸਰਦਾਰ ਮਨਦੀਪ ਸਿੰਘ ਜੀ ਝੰਡੇਰ, ਅੰਮ੍ਰਿਤਪਾਲ ਸਿੰਘ ਜੀ ਪ੍ਰਚਾਰਕ, ਇਹਨਾਂ ਵੱਲੋਂ ਵੀ ਇਤਿਹਾਸ ਦੇ ਮਾਨ ਵਿੱਚ ਮਾਇਆ ਆਈ ਹੈ। ਮੇਰੀ ਭੈਣ ਵੱਲੋਂ ਇਤਿਹਾਸ ਦੇ ਮਨ ਵਿੱਚ ਮਾਇਆ ਆਈ ਹੈ। ਹੋਰ ਵੀ ਸਿੱਖ ਸੰਗਤਾਂ ਆ ਰਹੀਆਂ ਨੇ। ਇਸੇ ਤਰ੍ਹਾਂ ਦਾਸ ਕੁਝ ਇੱਕ ਦੋ ਕਵਿਤਾਵਾਂ ਕਹਿ ਕੇ ਖਿਮਾ ਮੰਗ ਲਵੇਗਾ। ਆਓ ਜਦੋਂ ਮਹਿਤਾ ਕਲਿਆਣ ਦਾਸ ਜੀ ਲਾਗੇ ਬੈਠੇ ਨੇ ਮੇਰੇ ਪਾਤਸ਼ਾਹ ਨੇ ਸਾਫ਼ ਇਨਕਾਰ ਕਰ ਦਿੱਤਾ ਹੈ। ਕਹਿਣ ਲੱਗੇ ਪੰਡਿਤ ਜੀ ਇਹਦੇ ਪਹਿਨਣ ਨਾਲ ਕੀ ਲਾਭ ਹੈ ਤੇ ਨਾ ਪਹਿਨਣ ਦੇ ਨਾਲ ਕੀ ਨੁਕਸਾਨ ਹੈ। ਖਾਲਸਾ ਜੀ ਪਲ ਦਾ ਪਲ ਪੰਡਿਤ ਚਕਰਾ ਗਿਆ ਕਿਉਂਕਿ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਨੇ ਜਨੇਊ ਉੱਤੇ ਸਵਾਲ ਕੀਤਾ ਸੀ। ਪਹਿਲੀ ਵਾਰ ਗੁਰਦੇਵ ਨੇ ਵਹਿਮਾਂ ਭਰਮਾਂ ਦੀ ਰਸਮ ਨੂੰ ਖੰਡਨ ਕੀਤਾ ਸੀ। ਖਾਲਸਾ ਜੀ ਬਾਰ-ਬਾਰ ਅੰਗ ਸਾਕ ਸੰਬੰਧੀ ਆਏ ਨੇ, ਦੂਰ ਦਰੇਡਿਓਂ ਰਿਸ਼ਤੇਦਾਰ ਇਕੱਠੇ ਹੋਏ ਨੇ, ਸਾਰੇ ਸਮਝਾਉਣ ਦਾ ਯਤਨ ਕਰਦੇ ਨੇ ਕਾਕਾ ਇਹ ਇੱਕ ਵਾਰ ਜਨੇਊ ਧਾਰਨ ਕਰ ਲੈ, ਇਹ ਹਿੰਦੂ ਧਰਮ ਦਾ ਮੁੱਢਲਾ ਅਸੂਲ ਹੈ। ਇਸ ਤੋਂ ਬਿਨਾਂ ਆਦਮੀ ਆਪਣੇ ਧਰਮ ਵਿੱਚ ਪਰਿਵਰਤਨ ਨਹੀਂ ਕਰਦਾ। ਉਸ ਵੇਲੇ ਮੇਰੇ ਪਾਤਸ਼ਾਹ ਨੇ ਪੰਡਿਤ ਨੂੰ ਕੋਲ ਬੁਲਾ ਕੇ ਆਖਿਆ ਪੰਡਿਤ ਜੀ ਇਹ ਜੋ ਜਨੇਊ ਕਾਹਦਾ ਬਣਿਆ ਹੈ? ਤੇ ਕਹਿਣ ਲੱਗਾ ਕਾਕਾ ਇਹ ਜਨੇਊ ਧਾਗੇ ਦਾ ਬਣਾਇਆ ਹੈ। ਤੇ ਉਸ ਵੇਲੇ ਮੇਰੇ ਪਾਤਸ਼ਾਹ ਕਹਿਣ ਲੱਗੇ ਪੰਡਿਤ ਜੀ ਇਹ ਟੁੱਟ ਵੀ ਸਕਦਾ ਹੈ? ਕਹਿਣ ਲੱਗੇ ਹਾਂ ਬਿਲਕੁਲ ਟੁੱਟ ਜਾਵੇਗਾ, ਫਿਰ ਨਵਾਂ ਤਿਆਰ ਕਰ ਸਕਦੇ ਹਾਂ। ਕਹਿਣ ਲੱਗੇ ਮੈਲਾ ਵੀ ਹੋ ਸਕਦਾ ਹੈ, ਇਹ ਸੜ ਵੀ ਸਕਦਾ ਹੈ। ਕਹਿਣ ਲੱਗਾ ਹਾਂ ਇਹਨੂੰ ਫਿਰ ਤਿਆਰ ਕੀਤਾ ਜਾਵੇਗਾ।
मेरे पातशाह कहन लगे पंडित जी मैं ऐसे जनेऊ नहीं पहनना जेड़े आदमी तो पहला ही टुट के सवाह हो जावे, सड़ के सवाह हो जाना। मैं ऐसे जनेऊआं विच विश्वास नहीं रखदा। उस वेले पंडित ने कहा काका हुण तू दसो केड़ा जनेऊ है जेड़ा तू पहनना चाहुंदा है। गुरुदेव जी फरमाउंदे ने दया कपास संतोख सूत यत गंडी सत वट ए जनेऊ जी का हई ता भांडे घत ना ये टुटे ना मल लगे ना ये जले ना जाए धन सो मान स्नान का यो गल चले पाए। कहन लगे दया दी कपाह होवे संतोख दा सूत होवे यत दियां गंढां होण ते सत दा इनू वट चढ़िया होवे। जे कोई ऐसा जनेऊ तुहाडे पास है तां ओह मैनू दिओ मैं ओह धारण कर लेवांगा। खालसा जी गुरुदेव ने पहली वार इन्हां वहिमां भरमां दी रस्म नूं खंडन कीता है। कुछ दिन बाद महिता कल्याण दास जी कहन लगे काका जे तेरा होर किसे काम विच चित नहीं करदा ते कम से कम तू डंगर चार लियाया कर, जंगल विच गावां मझां लै जाया कर। गुरुदेव कहन लगे सत वचन पिता जी। अगले ही दिन गुरुदेव जंगल विच मझां गावां लैके गए ने। शाम नूं घर ले आए ने, मझां गावां रज पुज के आ गईयां ने। महिता कल्याण दास जी बड़ा प्रसन्न होया कि नानक नूं हुण मन पाउंदा काम मिल गया। अगले दिन फिर गए ने गुरुदेव लागे एक रुख की ठंडी छावें बैठ गए ने। उस अकाल पुरख की समाधि लाई है, चरनां विच लीन हो गए ने, नैन मुंदे गए ने। हजूर समाधि लाई है, लीन हो गए ने। जेड़े डंगर सी वो लागे चरदे चरदे किसे भट्टी जट दे खेत विच चले गए ने। खालसा जी अचानक वो खेत वाला भी उत्थे पहुँचदा है। आन के की वेखदा है कि डंगरां ने खड़ी खड़ाई फसल नाश कर दी है, तैस नैस कर दी है। आया भट्टी जट, उन्होंने नहीं सी पता मेरे पातशाह बारे। आन के कहन लगा उठ वड्डिया वागिया, वेख तेरे वग ने मेरी तैयार हुई फसल का की हाल कर दिता है। खालसा जी मेरे पातशाह कोलों उन्हें हरजाने की मंग की है। जदों कुछ बंदे आए ने नाल महिता कल्याण दास जी नूं लैके, जदों आन के की वेखदे ने जेड़ी नुकरों डंगरां ने पैली विचों पट्ठे खाधे सन, वो बाकी सारी पैली नालों हरी भरी लहर लहराउंदी पई सी। खालसा जी एक दिन गुरुदेव इसे तरह रुख की ठंडी छावें सौ गए सन, आराम करने लई लेटे सन। रुख का परछावां टल के दूसरे पासे चलिया गया सी। गुरुदेव दे सुंदर मुख उत्ते सूरज दियां तिखियां किरणां पै रहीआं सन। एक लागेओ निकलिया वर्मी विचों फनियर, उन्हें गुरुदेव दे मुख उत्ते फन खिलार के सूरज दियां तिखियां किरणां अपनी फन दे उत्ते लै लईआं सन। गुरुदेव नूं छां कीती सी। कुछ समय बाद महिता कल्याण दास जी कहन लगे काका जे तू वाही नहीं करनी ते होर की करेगा। मेरे पातशाह कहन लगे पिता जी मन हाली करसानी करनी, शर्म पानी तन खेत, नाम बीज संतोख सहागा, रख गरीबी वेस। कहन लगे पुत्र जे वाही नहीं करनी ते कम से कम एक हट्टी पालै, आले 20 रुपये चूड़ काने की मंडी विच जाके कोई खरा ते सच्चा सौदा करके लियाओ। खालसा जी मेरे पातशाह नाल बाले नूं लै गए ने। जा रहे ने रस्ते विच जंगल विचों दी पार करना है। जदों चूड़ काने दे बाजार विच जाना है, अगे की वेखदे ने अगे कुछ संतां दी मंडली बैठी है, भुखे संतां दा टोला बैठा है। खालसा जी इन्हां ने मेरे पातशाह नूं दूरों ही आउंदियां पछाण लिया। कहन लगे ओ दुखियां दा दर्दी आ रहा है, नानक आ रहा है, अज सानू भुखियां नूं लंगर जरूर मिल जाएगा। इन्हां दा मुखी सी संत रैन। इन्हें आन के मेरे पातशाह के रजोई की है, बेनती की है महाराज सानू भुखियां नूं लंगर छका दिओ। मेरे पातशाह कहन लगे संतो तुसी गजा नहीं करदे। अगों संत रैन कहन लगा पातशाह जो पत्थरां विच कीड़ियां नूं रोजी भेजदा है
ਉਹ ਸਾਡੇ ਪਾਸ ਵੀ ਕੋਈ ਨਾ ਕੋਈ ਦਾਨੀ ਸੱਜਣ ਭੇਜ ਦਿੰਦਾ ਹੈ, ਪਰ ਪੂਰੇ 3 ਦਿਨ ਹੋ ਗਏ ਨੇ ਕੋਈ ਦਾਨੀ ਸੱਜਣ ਨਹੀਂ ਆਇਆ। ਸਰੀਰ ਕਮਜ਼ੋਰ ਹੋ ਗਿਆ। ਅੱਜ ਸਾਨੂੰ ਭੁੱਖਿਆਂ ਨੂੰ ਲੰਗਰ ਛਕਾ ਦੇ। ਆਓ ਸੁਣੋ ਕਿਵੇਂ ਭੁੱਖੇ ਸੰਤ ਮੇਰੇ ਪਾਤਸ਼ਾਹ ਕੋਲੋਂ ਭੋਜਨ ਦੀ ਮੰਗ ਕਰ ਰਹੇ ਨੇ ਤੇ ਅੱਗੋਂ ਗੁਰਦੇਵ ਪਾਤਸ਼ਾਹ ਕੀ ਜਵਾਬ ਦੇ ਰਹੇ ਨੇ। ਉਸ ਵੇਲੇ ਦਾ ਵਾਰਤਾਲਾਪ ਗਿਆਨੀ ਯੋਧਾ ਸਿੰਘ ਖਿਆਲੇ ਵਾਲੇ ਦਾ ਜੱਥਾ ਹੈ ਇੰਜ ਬਿਨੇ ਕਰਦਾ ਜੀ। ਦਿਲ ਦਰਿਆ ਸਮੁੰਦਰਾਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ, ਵਿੱਚ ਬੇੜੇ ਵਿੱਚ ਜਿਹੜੇ, ਵਿੱਚ ਵੰਜ ਮਾਣੇ, ਗੁਲਾਮ ਰਸੂਲ ਸਿਰ ਰੱਖੇ ਦਈਏ, ਜਿੱਥੇ ਅਗਲਾ ਕਦਰ ਪਛਾਣੇ। ਸੰਤਾਂ ਨੇ ਕੀਤਾ ਇਹ ਸਵਾਲ ਮੁੱਖ ਤੋਂ, ਮੌਤ ਚੰਗੀ ਹੁੰਦੀ ਦੋਸਤੋ ਜੀ ਭੁੱਖ ਤੋਂ, ਮੌਤ ਚੰਗੀ ਹੁੰਦੀ ਦੋਸਤੋ ਜੀ ਭੁੱਖ ਤੋਂ। ਇਹ ਸ਼ਾਹੂਕਾਰ ਵੇਖ ਸਨਤਾ ਮੰਗਾਰਿਆ, ਸੁਖੀ ਰੋਗ ਸੁਖੀ ਵਸਦਾ ਪਿਆਰਿਆ, ਸੁਖੀ ਰੋਗ ਸੁਖੀ ਵਸਦਾ ਪਿਆਰਿਆ। ਕਰਤਲ ਚਾਰ ਭੁੱਖ ਤੇ ਪਿਆਸ ਨੇ, ਹੱਡੀਆਂ ਦਿਸਣ ਸੁੱਕ ਗਏ ਮਾਸ ਨੇ, ਹੱਡੀਆਂ ਦਿਸਣ ਸੁੱਕ ਗਏ ਮਾਸ ਨੇ। ਕਰ ਕੁਝ ਰਹਿਮ ਦਿਲ ਚ ਦਲਾਰਿਆ, ਸੁਖੀ ਰੋਗ ਸੁਖੀ ਵਸਦਾ ਪਿਆਰਿਆ, ਸੁਖੀ ਰੋਗ ਸੁਖੀ ਵਸਦਾ ਪਿਆਰਿਆ। ਸਾਡੇ ਤੇਰੇ ਮੇਲੇ ਦੋਸਤਾਂ ਸਬੱਬ ਦੇ, ਅਸੀਂ ਹਾਂ ਪੁਜਾਰੀ ਇੱਕ ਸੱਚੇ ਰੱਬ ਦੇ, ਅਸੀਂ ਹਾਂ ਪੁਜਾਰੀ ਇੱਕ ਸੱਚੇ ਰੱਬ ਦੇ। ਬਹੁਤਾ ਨਹੀਂ ਗਾ ਦਾਨ ਦੇ ਜਾਂ ਥੋੜਾ ਸਰਦਾ, ਬਣਿਆ ਕੰਜੂਸ ਫਿਰ ਕਾਤੋਂ ਜਰਦਾ, ਬਣਿਆ ਕੰਜੂਸ ਫਿਰ ਕਾਤੋਂ ਜਰਦਾ। ਸਿੱਧ ਪਾਂਡੇ ਪੂਰੇ ਪੁੱਤਲੇ ਗਿਆਨ ਦੇ, ਸਾਧੂਆਂ ਦੀ ਵਹਿਮਾਂ ਨੂੰ ਨੀ ਵੇਦ ਜਾਣਦੇ, ਸਾਧੂਆਂ ਦੀ ਵਹਿਮਾਂ ਨੂੰ ਨੀ ਵੇਦ ਜਾਣਦੇ। ਅੰਗ ਸੰਗ ਰਹਿੰਦਾ ਸਾਡੇ ਘਰ ਤਾਰਿਆ, ਸੁਖੀ ਰੋਗ ਸੁਖੀ ਵਸਦਾ ਪਿਆਰਿਆ, ਸੁਖੀ ਰੋਗ ਸੁਖੀ ਵਸਦਾ ਪਿਆਰਿਆ। ਮੋਰ ਤੁਝ ਚੀਰ ਕੇ ਪੁੱਤਰ ਆਪਦਾ, ਦਿਲ ਵਿੱਚ ਡਰ ਰੱਖਿਆ ਸਰਾਫ ਦਾ, ਦਿਲ ਵਿੱਚ ਡਰ ਰੱਖਿਆ ਸਰਾਫ ਦਾ। ਫੇਰ ਦਿੱਤਾ ਯਾਰ ਕਰ ਲੈ ਦਫਾਰਿਆ, ਸੁਖੀ ਰੋਗ ਸੁਖੀ ਵਸਦਾ ਪਿਆਰਿਆ, ਸੁਖੀ ਰੋਗ ਸੁਖੀ ਵਸਦਾ ਪਿਆਰਿਆ। 569 ਕਾਂਛੀ ਚ ਕਬੀਰ ਦੇ, ਭੋਜਨ ਛਕਾ ਦੇ ਸੋਹਣੇ ਖੰਡ ਖੀਰ ਦੇ, ਭੋਜਨ ਛਕਾ ਦੇ ਸੋਹਣੇ ਖੰਡ ਖੀਰ ਦੇ। ਲੋਈ ਗਣ ਪਾਗੇ ਸੀ ਉਦਾਰ ਤਾਰਿਆ, ਸੁਖੀ ਰੋਗ ਸੁਖੀ ਵਸਦਾ ਪਿਆਰਿਆ, ਸੁਖੀ ਰੋਗ ਸੁਖੀ ਵਸਦਾ ਪਿਆਰਿਆ। ਯੋਧਾ ਸੋਹਣੀ ਘਾਟੇ ਦਾ ਵਪਾਰੀ ਜਾਪਦਾ, ਫਾਇਦੇਮੰਦ ਸੌਦਾ ਕਰ ਲੈ ਤੂੰ ਆਪਦਾ, ਫਾਇਦੇਮੰਦ ਸੌਦਾ ਕਰ ਲੈ ਤੂੰ ਆਪਦਾ। ਸੁਖੀ ਰੋਗ ਸੁਖੀ ਵਸਦਾ ਪਿਆਰਿਆ। ਯੋਧਾ ਸੋਹਣੀ ਘਾਟੇ ਦਾ ਵਪਾਰੀ ਜਾਪਦਾ, ਫਾਇਦੇਮੰਦ ਸੌਦਾ ਕਰ ਲੈ ਤੂੰ ਆਪਦਾ, ਸੁਖੀ ਰੋ ਵੀ ਸੁਖੀ ਵਸਦਾ ਪਿਆਰਿਆ। ਖਾਲਸਾ ਜੀ, ਜਦੋਂ ਭੁੱਖੇ ਸੰਤਾਂ ਨੇ ਭੋਜਨ ਦੀ ਮੰਗ ਕੀਤੀ ਸੀ, ਅੱਗੋਂ ਗੁਰਦੇਵ ਨੇ ਆਖਿਆ ਸੀ ਸੰਤੋ ਤੁਸੀਂ ਗਜਾ ਨਹੀਂ ਕਰਦੇ, ਤੇ ਸੰਤਾਂ ਨੇ ਆਖਿਆ ਸੀ ਪਾਤਸ਼ਾਹ ਜੋ ਪੱਥਰਾਂ ਵਿੱਚ ਕੀੜਿਆਂ ਨੂੰ ਰੋਜੀ ਭੇਜਦਾ ਹੈ ਨਾ, ਉਹ ਸਾਡੇ ਪਾਸ ਵੀ ਕੋਈ ਨਾ ਕੋਈ ਦਾਨੀ ਸੱਜਣ ਭੇਜ ਦਿੰਦਾ ਹੈ। ਮੇਰੇ ਪਾਤਸ਼ਾਹ ਕਹਿਣ ਲੱਗੇ ਬਾਲਿਆ, ਜਦੋਂ ਆਪਾਂ ਘਰੋਂ ਤੁਰੇ ਸੀ ਪਿਤਾ ਨੇ ਆਖਿਆ ਸੀ ਸੱਚਾ ਤੇ ਖਰਾ ਸੌਦਾ ਕਰਨਾ ਹੈ, ਆ ਲੈ 20 ਰੁਪਈਏ ਤੂੰ ਬਾਜ਼ਾਰ ਵਿੱਚ ਜਾ ਕੇ ਰਸਤਾਂ ਤੇ ਬਸਤਰ ਖਰੀਦ ਕੇ ਲਿਆ। ਤੇ ਬਾਲਾ ਕਹਿਣ ਲੱਗਾ ਪਿਤਾ ਜੀ, ਪਾਤਸ਼ਾਹ ਪਿਤਾ ਜੀ ਨੇ 20 ਰੁਪਈਏ ਦਿੱਤੇ ਸੀ ਕੋਈ ਖਰਾ ਤੇ ਸੱਚਾ ਸੌਦਾ ਕਰਨ ਲਈ। ਮੇਰੇ ਪਾਤਸ਼ਾਹ ਕਹਿਣ ਲੱਗੇ ਬਾਲਿਆ
जे किसे नूं तन ढकण नूं कपड़ा दे दईए ते भुखे दे मूँह विच बुरकी पा दईए, इस तों वध के दुनिया ते कोई खरा सौदा नहीं हो सकता। बाला गया है रस्ता वस्त्र खरीदण, भुखे संतां ने भोजन छकिया, असीसां दित्तियां ने। मेरे पातशाह कहन लगे, बालिया तू चल तलवंडी, पिता नाल जाके गल कर, तेरे मगर मगर मैं भी आउणा। बाला कहन लगा, पातशाह पिता का सुभाव बड़ा गर्म है, उन्हें मैनू 20 रुपया बारे पूछना ते मैं की जवाब देवांगा। मेरे पातशाह कहन लगे, बालिया जो कुछ भी होया तेरे सामने होया, जाके पिता नाल सच्ची सच्ची गल कर, मैं तेरे मगर मगर आ रहा। जदों बाला पहुंचे घर, पिता पूछदा, बालिया सौदा लियांदा है? बाला चुप करके खड़ा रहा। पिता कहन लगा, बालिया की गल है? बाजार बंद सन, दुकानां बंद सन। बाला कहन लगा, पिता जी बाजार भी लगे सन, दुकानां भी खुलियां सन। पिता सोचदा शायद बाला पहला आ गया होवेगा, सौदा मगर आ रहा होवेगा। कहन लगे, बालिया सौदा खच्चरां ते लद्या आ रहा जां बैल गड्डियां ते? बाला कहन लगा, पिता जी सौदा ना ही तो खच्चरां ते लद्या ना ही बैल गड्डियां ते। गल यह है कि मेरे पातशाह ने 20 रुपया का भुखे संतां नूं भोजन छका दिता है। पिता नूं गुस्सा आ गया, घुट के बाले की बांह फड़ ली है। कहन लगे, बालिया किहड़े संतां की गल करी जाना? बाला कहन लगा, पिता जी इहदे विच मेरा कोई दोष नहीं है, मैं पहला ही पातशाह नूं आख्या सी कि पिता ने 20 रुपया बारे पूछना ते की जवाब देवांगा। ते कहन लगे, मैता कल्याण दास जी कहंदे, कित्थे आ तेरा पातशाह, जरा दस मैनू। उधर बैठे वट ते गुरु जी हथ माला रहे घमा। गुस्से नाल कालू ने आख्या, तैनू लैना है नाम जपा। बांह फड़ के थप्पड़ मारिया, दिता गुरां दा मुख भुआ। दूजा फिर गुस्से नाल चुकिया, जरा कीती नहीं परवाह। इन्ने चिर आ गई नानकी, लिया पिता तो वीर छड़ा। मां त्रिपता नूं पता लगे, उन्हें कहा, नी नानकी तेरा वीर गया सी खरा सौदा करना ते भुखे संतां नूं लंगर छका के आ गया। अज तेरा पिता बड़े गुस्से विच ही, अज तेरे वीर नूं बड़ी मार पैनी हूँ। जा जाके अपने पिता कोलों अपने वीर नूं छड़ा। भैन नानकी दौड़ के आई है, पर आउण तो पहला पहला ही पिता ने पातशाह दे भोले भाले सुंदर मुख उत्ते चपेड़ मार दी है। भैन आई है दौड़ के, दूजी बार हथ उतां चुकिया मेहता कल्याण दास जी ने। भैन ने आन के पिता की बांह फड़ ली है, व्याही वरी धी है, पिता कुछ कह नहीं सकता। कहन लगी, बाबला मेरे रब वर्गे वीर नूं एक 20 रुपया बदले मारिया ही, कि 20 रुपये मेरे वीर नालों ज़्यादा कीमती सन। उस वेले खालसा जी चपेड़ तां वीर दे वजी सी ते पीड़ भैन दे दिल ते होई सी, क्योंकि भैन ते भरा दा रिश्ता ही कुछ ऐसा हुंदा है। मेरे पातशाह ते भैन नानकी अपने वीर दी बांह फड़ के घर नूं जा रहे ने। अगे अगे मेहता कल्याण दास जा रहा है। घर जाके कहन लगी, बाबला मैनू जवाब दे, मेरे वीर नूं क्यों मारिया ही? उस वेले मेहता कल्याण दास जी ने कहा, नानकी तैनू मैं की दसां, जे इनू मैं डंगर चारन कलिया, लोकां दियां फसलां जाड़ दित्तियां, इनू मैं आख्या सी जंजू पाला, इन्हें जंजू की रस्म नहीं धारण की, जंजू की रस्म खंडन कर दी। इनू मैं 20 रुपये दिते सी, कोई खरा ते सच्चा सौदा करके लियाओ। ये भुखे संतां नूं लंगर छका के आ गया। अगों कहंदा मैं खरा सौदा करके आया, तू ही दस मैं इहदा की करा। आओ यही कविता कह के खिमा मंग लैनी है। किवें मेरे पातशाह बारे भैन नानकी अपने पिता दे नाल जो सवाल ते जवाब कर रही है, उस वेले दा वार्तालाप ज्ञानी योधा सिंह ख्याले वाले दा जत्था है इंज बिने करदा जी। दुनिया बंधन वेले काफर तू विचाले ताने, जो बीती नू रहन झूठ दे ओ नी लोग सियाने। पिछली होई पिछे ना बीती, तुसी अगे वक्त संभालो, वीर जी समय ना मिल
कहा कित्थे आया ए रास लटा बेटा, सौदा सच दा झूठ तू कर आयो, माया खूह दे विच आयो तू पा बेटा। लाया जुए दे उत्ते तू दा बेटा, चस्का पूरा जबान दा जार देंदा, वस्ती आ गयो शहर चों खा बेटा। तैनू कल्लिया पांदे दे कोल पढ़ने, कन्नी उथों भी आयो खसका बेटा, अनपढ़ ना किसे दा पुੱਤ होवे, साडे लथे नहीं दिलां दे चा बेटा। ਮਸੀਤ ਨੂੰ ਸੰਨ ਲਾਉਂਦੇ, ਸਿਆਣੇ ਦੱਸ ਗਏ ਸਮਝਾ ਦੇਣਾ ਬੇਟਾ, ਕਿਹੜੀ ਗੱਲ ਤੋਂ ਹੱਟੀ ਨੂੰ ਪਵੇ ਘਾਟਾ, ਦੂਣੇ ਕਰਕੇ ਹੋ ਜਾਈਏ ਸ਼ਾਹ ਬੇਟਾ। ਮੇਰੀ ਅੱਖੀਆਂ ਤੋਂ ਅੱਜ ਦੂਰ ਹੋ ਜਾ, ਆਪੇ ਖਾ ਤੇ ਆਪੇ ਕਮਾ ਬੇਟਾ, ਜੋੜਾ ਸਿੰਘਾ ਜਾਂ ਭੈਣ ਨੂੰ ਤਰਸ ਆਇਆ, ਲਿਆ ਪਿਤਾ ਤੋਂ ਵੀਰ ਛਡਾ ਬੇਟਾ। मेरी अखियां तो अज दूर हो जा, आपे खा ते आपे कमा बेटा, योधा ਸਿੰਘਾ जा भैन नूं तरस आया, लिया पिता तो वीर छड़ा बेटा। इन्नियां की बेनतियां प्रवान करनियां। धन्नवाद आईयां होईयां संगतां दा, धन्नवाद जिन्हां ने इतिहास दे मान विच माया भेट कीती है। धन्नवाद साडे सीनियर प्रचारक सरदार मनदीप सिंह जी झंडेर, बहुत ही सुचੱਜੇ ढंग दे नाल सेवावां निभा रहे ने। इन्हां दे नाल ही साडी भी इस हलके विच गुरुद्वारा गुरु के बाग दे हलके विच ड्यूटी लगी है। साका ननकाना साहिब दे 100 साला शताब्दी दिवस विच धन्नवाद है, कोटान कोट धन्नवाद साहिब श्री गुरु ग्रंथ साहिब जी का, जिन्हां दे चरनां विच हाज़री लवाउण दा मौका मिलिया है। इन्नियां की बेनतियां प्रवान करो, एक बार फिर झुकाओ सीस, गज के बोलो जी वाहेगुरु जी का खालसा वाहेगुरु जी की फतेह।